ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਬੋਲੋ ਸੰਗਤ ਜੀ। ਇੱਦਾਂ ਆਨੰਦ ਨਹੀਂ ਆਉਣਾ, ਗੱਜ ਕੇ ਬੋਲਣਾ ਸੰਗਤ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਹੋਵੇ, ਇੰਨੇ ਸੋਹਣੇ ਪਿਆਰੇ ਸਤਿਗੁਰ ਹੋਣ, ਇੰਨੇ ਸੋਹਣੇ ਸੋਹਣੇ ਪਿਆਰੇ ਅੱਗੇ ਸਿੱਖ ਬੈਠੇ ਹੋਣ ਅਤੇ ਵਾਹਿਗੁਰੂ ਬੋਲਦਿਆਂ ਸੰਗਦੇ ਹੋਣ, ਇਹ ਸੋਭਦਾ ਨਹੀਂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਮੇਰੇ ਸੋਹਣੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸੰਗਤ ਜੀ, ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਨੇ ਸਬੱਬ ਬਣਾਏ, ਮੇਲ ਕਰਾਏ ਆਪ ਸੰਗਤਾਂ ਦੇ। ਸ਼ੁਕਰ ਹੈ ਸੱਚੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਨੇ ਇੱਥੇ ਸੱਦ ਬਹਾਲਿਆ ਸੰਗਤ ਜੀ ਆਪਣੀ ਤੇ ਦਾਸਰਿਆਂ ਦੀ ਹਾਜ਼ਰੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਪ ਜੀ ਨੇ ਲਗਾਉਣੀ ਹੈ। ਸਾਰਿਆਂ ਨੇ ਹੱਥ ਜੋੜਨੇ ਹਨ, ਆਪਣੀਆਂ ਅੱਖਾਂ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ ਅਤੇ ਗੁਰੂ ਸਾਹਿਬ ਜੀ ਨੂੰ ਹੀ ਬੜੇ ਪ੍ਰੇਮ ਦੇ ਨਾਲ ਸੀਸ ਨਵਾ ਕੇ ਗੱਜ ਕੇ ਫਤਿਹ ਬੁਲਾਉਣੀ ਹੈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇੱਕ ਗੁਰੂ ਹੈ, ਇੱਕ ਸਿੱਖ ਹੈ, ਬਸ ਇੰਨੀ ਕੁ ਸਿੱਖੀ ਦੀ ਕਹਾਣੀ ਹੈ। ਇੱਕ ਗੁਰੂ ਹੈ, ਇੱਕ ਸਿੱਖ ਹੈ, ਇੰਨੀ ਕੁ ਸਿੱਖੀ ਦੀ ਕਹਾਣੀ ਹੈ। ਜਦੋਂ ਗੁਰੂ ਸਾਹਿਬ 'ਤੇ ਸਮੇਂ ਬਣੇ, ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਵਾਰਨ ਤੋਂ ਸੰਕੋਚ ਨਹੀਂ ਕੀਤਾ। ਮਹਾਰਾਜ ਨੇ ਤਾਂ ਲਿਖ ਵੀ ਦਿੱਤਾ, ਜਬ ਆਪ ਕੀ ਔਦ ਨਿਦਾਨ ਬਨੈ ਅਤ ਹੀ ਰਨ ਮੈਂ ਤਬ ਜੂਝ ਮਰੋ। ਅਤੇ ਜਦੋਂ ਮਹਾਰਾਜ ਨੇ ਆਪਣਾ ਫੁਰਨਾ ਸਿੰਘਾਂ ਦੇ ਨਾਲ ਸਾਂਝਾ ਕਰ ਲਿਆ, ਚਮਕੌਰ ਦੀ ਗੜੀ 'ਚ ਬੜਾ ਭਿਆਨਕ ਯੁੱਧ ਹੋਇਆ ਸਾਰਾ ਦਿਨ। ਮਹਾਰਾਜ ਦੇ 3 ਪਿਆਰੇ, 2 ਸਾਹਿਬਜ਼ਾਦੇ, ਹੋਰ ਬਹੁਤ ਪਿਆਰੇ ਪਿਆਰੇ ਸਿੰਘ ਸ਼ਹੀਦ ਹੋ ਚੁੱਕੇ ਹਨ। ਤਾਂ ਗੁਰੂ ਸਾਹਿਬ ਕਹਿੰਦੇ ਹੁਣ ਅਸੀਂ ਵੀ ਸ਼ਹੀਦੀ ਪਾਵਾਂਗੇ। ਮਹਾਰਾਜ ਕਹਿੰਦੇ ਨਾ, ਇਹ ਕੰਮ ਨਹੀਂ। ਮਹਾਰਾਜ ਸਾਡੀ ਬੇਨਤੀ ਹੈ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਗੁਰੂ ਸਾਹਿਬ ਚਾਹੇ ਉਹ 5ਵੇਂ ਪਾਤਸ਼ਾਹ ਹੋਣ, ਚਾਹੇ 9ਵੇਂ ਪਾਤਸ਼ਾਹ ਹੋਣ, ਚਾਹੇ ਕਲਗੀਧਰ ਪਿਤਾ ਅਤੇ ਚਾਹੇ ਬਾਕੀ ਗੁਰੂ ਸਾਹਿਬਾਨ, ਸੰਗਤ ਜੀ ਜਦੋਂ ਸਮਾਂ ਬਣਿਆ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਵਾਰਨ ਤੋਂ ਸੰਕੋਚ ਨਹੀਂ ਕੀਤਾ। ਫਿਰ ਆਉਂਦੀ ਗੱਲ ਸਿੱਖਾਂ ਦੀ, ਅਤੇ ਜਦੋਂ ਤੋਂ ਸਿੱਖਾਂ ਦਾ ਆਪਾਂ ਇਤਿਹਾਸ ਪਹਿਲੇ ਪਾਤਸ਼ਾਹ ਜੀ ਦੇ ਸਮੇਂ ਤੋਂ ਜਦੋਂ ਕਦੇ ਸਿੱਖੀ ਨੂੰ ਸਿੱਖਾਂ ਦੀ ਲੋੜ ਪਈ ਅਤੇ ਸਿੱਖਾਂ ਨੇ ਵੀ ਆਪਣੇ ਆਪ ਨੂੰ ਵਾਰਨ ਤੋਂ ਸੰਕੋਚ ਨਹੀਂ ਕੀਤਾ। ਸਿੱਖ, ਸਿੱਖੀ, ਗੁਰੂ, ਇਹੀ ਸੰਸਾਰ ਹੈ ਸਾਡਾ। ਗੁਰੂ ਸਾਹਿਬ ਤੋਂ ਸ਼ੁਰੂ ਹੁੰਦਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਮਾ ਕੇ ਹੀ ਸਾਡਾ ਸੰਸਾਰ ਖਤਮ ਹੋ ਜਾਂਦਾ। ਇਹੀ ਸਿੱਖੀ ਹੈ। ਪਰ ਜਿਉਂ-ਜਿਉਂ ਸਮਾਂ ਬਣਦਾ ਹੈ, ਜਿਵੇਂ ਨਦੀਆਂ 'ਚੋਂ ਛੱਲਾਂ ਵੱਜ ਵੱਜ ਕੇ ਪਾਣੀ ਬਾਹਰ ਨਿਕਲਣ ਲੱਗ ਪੈਂਦੇ ਹਾਂ,
ਤਿਵੇਂ ਤਿਵੇਂ ਹੀ ਮੇਨ ਸਟਰੀਮ ਸਿੱਖੀ ਨੂੰ ਸੱਦ ਕੇ ਕਈ ਵਾਰ ਸਾਡੇ ਵੀ ਜੀਵਨ ਦੇ ਵਿੱਚ ਊਣਤਾਈਆਂ ਆਉਣ ਲੱਗ ਪੈਂਦੀਆਂ ਹਨ। ਸਾਡੇ ਤੋਂ ਪਹਿਲਾਂ ਇੱਥੇ ਪ੍ਰਚਾਰਕ ਬੈਠੇ ਸੀ, ਉਹ ਆਪਣਾ ਦਿਲ ਦਾ ਦਰਦ ਰੋ ਰਹੇ ਸੀ ਤੁਹਾਡੇ ਨਾਲ। ਰੋਣਾ ਹੀ ਹੈ ਜੀ, ਇਹ ਦਰਦ ਰੋਣਾ ਹੀ ਹੈ, ਦਿਲ ਦਾ ਦਰਦ ਰੋ ਰਹੇ ਹਨ ਕਿ ਇਹ ਹਾਲਾਤ ਕੀ ਬਣ ਗਏ ਸਾਡੇ। ਨਾ ਸਾਨੂੰ ਗੁਰੂ ਸਾਹਿਬ ਦੀ ਸ਼ਰਮ, ਨਾ ਗੁਰੂ ਸਾਹਿਬ ਜੀ ਦੀ ਹਜ਼ੂਰੀਆਂ ਦੀ ਸ਼ਰਮ। ਕਿੱਦਾਂ ਅਸੀਂ ਆਪਸ 'ਚ ਲੜਨ ਲੱਗ ਪਏ। ਕਿੰਨਾ ਪਿਆਰ ਸਨੇਹ ਸੀ ਉਹਨਾਂ ਸਿੱਖਾਂ ਦੇ ਵਿੱਚ, ਇੱਕ ਦੂਜੇ ਤੋਂ ਵਾਰਦੇ ਸਨ। ਆਪਾਂ ਗੁਰੂ ਸਾਹਿਬ ਆਪਣੇ ਆਪ ਨੂੰ ਸਿੱਖਾਂ ਤੋਂ ਵਾਰਦੇ ਸਨ। ਤੁਸੀਂ ਕਹੋਗੇ ਕਿੱਦਾਂ ਦੀ ਗੱਲ ਕਰਤੀ, ਗੁਰੂ ਸਾਹਿਬ ਆਪਣੇ ਆਪ ਨੂੰ ਸਿੱਖਾਂ ਤੋਂ ਵਾਰਦੇ ਸਨ। ਯਾਦ ਰੱਖਣਾ, ਜਿਸ ਦਿਨ ਕਲਗੀਧਰ ਪਿਤਾ ਜੀ ਨੇ ਚਮਕੌਰ ਦੀ ਗੜੀ ਛੱਡੀ, ਉਸ ਦਿਨ ਗੁਰੂ ਸਾਹਿਬ ਜੀ ਦੇ ਨਾਲ 3 ਸਿੱਖ, ਜਿਨ੍ਹਾਂ 'ਚੋਂ ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨਿਸ਼ਾਨ ਜੀ ਨਾਲ ਨਿਕਲੇ ਹਨ, ਤੇ ਚੌਥੇ ਗੁਰੂ ਪਿਤਾ ਜੀ ਆਪ ਹਨ। ਆਪਣੇ ਪੁੱਤਰ ਸ਼ਹੀਦ ਕਰਾਏ ਸਾਡੇ ਤੋਂ ਪਹਿਲਾਂ, ਤੇ ਦੂਜੇ ਸਿੱਖਾਂ ਨੂੰ ਕੱਢ ਲਿਆ। ਨਹੀਂ ਮਾਰਿਆ ਗੁਰੂ ਨੇ ਆਪਣੇ ਆਪ ਤੋਂ। ਮਾਫ਼ ਕਰਨਾ, ਗੁਰੂ ਸਾਹਿਬ ਜੀ ਥਾਂ ਤੇ, ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ, ਗੁਰੂ ਸਾਹਿਬ ਜੀ ਦੀ ਥਾਂ ਤੇ ਅਸੀਂ ਕੋਈ ਵੀ ਹੁੰਦੇ ਤੇ ਸ਼ਾਇਦ ਪਹਿਲਾਂ ਆਪਣਾ ਪਰਿਵਾਰ ਬਚਾਉਂਦੇ ਤੇ ਦੂਜਿਆਂ ਨੂੰ ਸ਼ਹੀਦ ਕਰਾਉਂਦੇ। ਮਾਫ਼ ਕਰਨਾ, ਸ਼ਹੀਦ ਨਹੀਂ, ਇਹ ਮਰਾਉਣਾ ਹੀ ਕਹਾਂਗੇ। ਜਦੋਂ ਆਪਣਾ ਪਰਿਵਾਰ ਬਚਾਈਏ ਨਾ, ਉਦੋਂ ਲੋਕਾਂ ਨੂੰ ਮਰਵਾਈ ਦਾ ਹੀ ਹੈ। ਪਰ ਉਹਨਾਂ ਨੇ ਆਪਣੇ ਪੁੱਤਰ ਵਾਰ ਲਏ ਤੇ ਸਾਨੂੰ ਬਚਾਇਆ ਸੰਗਤ ਜੀ, ਔਰ ਆਪਣੀ ਗੋਦੀ ਝੋਲੀ ਖਾਲੀ ਕਰਕੇ ਸਾਨੂੰ ਪਾਇਆ। ਗੁਰੂ ਸਾਹਿਬ ਕਿਰਪਾ ਕਰਨ, ਇਹ ਸਿੱਖੀ ਪਿਆਰੀ ਪਿਆਰੀ ਦੀ ਅਸੀਂ ਕੀਮਤ ਨੂੰ ਸਮਝੀਏ, ਇਸ ਅਹਿਸਾਸ ਨੂੰ ਸਮਝੀਏ। ਸੰਗਤ ਜੀ, ਅੱਜ ਦੇ ਜੋ ਦਿਨ ਹਨ, ਆਪ ਜਾਣਦੇ ਹੋ, ਕੱਲ੍ਹ ਦਾ ਦਿਨ ਹੈ। ਕੱਲ੍ਹ ਦੇ ਦਿਨ ਦੀ ਖਾਸੀਅਤ ਕੀ ਹੈ ਜੀ, ਕੋਈ ਸੰਗਤ 'ਚੋਂ ਦੱਸੇਗਾ? ਕਿਹੜਾ ਦਿਨ ਹੈ ਜੀ ਕੱਲ੍ਹ ਨੂੰ? ਹਾਂਜੀ, ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦੇਣਾ ਜੀ। ਬਹੁਤ 2-4 ਪੁਰਾਣੀਆਂ ਦੇ ਜਵਾਬ ਆਏ ਆ। ਅਸੀਂ ਸਟੇਜਾਂ 'ਤੇ ਅਕਸਰ ਪੁੱਛ ਲੈਂਦੇ ਹੁੰਦੇ ਹਾਂ ਉੱਥੇ, ਕਿਉਂਕਿ ਡੈਡ ਕਥਾ ਕਰਨ ਦਾ ਦਾਸ ਦਾ ਕਦੀ ਕੋਈ ਇੰਟਰਸਟ ਨਹੀਂ ਹੁੰਦਾ ਕਿ ਆਪਾਂ ਬੁੱਤ ਬਣ ਕੇ ਬੈਠੇ ਰਹੀਏ। ਸੰਗਤ ਜੀ, ਜਿਹੜਾ ਬੱਚਾ ਸਕੂਲ ਜਾਵੇ ਸਿੱਖ ਕੇ ਕੁਛ ਨਾ ਜਾ ਆਵੇ, ਉਹਦਾ ਮਾਫ਼ ਕਰਨਾ, ਸਕੂਲ ਜਾਣਾ ਵਿਅਰਥ ਹੋ ਗਿਆ। ਤੇ ਜਿਹੜਾ ਬੱਚਾ ਸਿੱਖ ਗੁਰੂ ਦਾ ਸੰਗਤ 'ਚ ਆਵੇ, ਸਿੱਖ ਕੇ ਕੁਛ ਨਾ ਜਾਵੇ, ਕਹਿਣ ਨੂੰ ਦਿਲ ਤਾਂ ਨਹੀਂ ਕਰਦਾ, ਕਿਉਂਕਿ ਜ਼ਰੂਰੀ ਨਹੀਂ ਤੁਸੀਂ ਐਗਰੀ ਹੋਵੋਗੇ, ਪਰ ਮੈਨੂੰ ਤਾਂ ਫੀਲ ਹੁੰਦਾ ਹੈ ਕਿ ਵਿਅਰਥ ਹੋ ਗਿਆ। ਤੁਸੀਂ ਕਹੋਗੇ ਇੱਦਾਂ ਕਿੱਦਾਂ? ਕਿਉਂਕਿ ਅਸੀਂ ਦੇਖਿਆ ਹੈ 40-40 ਸਾਲ ਤੋਂ ਗੁਰੂ ਘਰ ਆਉਂਦਿਆਂ ਹੋਇਆਂ, ਤੇ ਜਦੋਂ ਉਹਨਾਂ ਦਾ ਸਿੱਖੀ ਦੀ ਗੱਲ ਕਰੀਏ, ਭਾਂਡਾ ਖਾਲੀ ਹੁੰਦਾ ਹੈ। ਭਾਂਡਾ ਖਾਲੀ ਹੁੰਦਾ ਹੈ। ਇਹ ਥਾਂ ਹੈ ਸੰਗਤ ਜੀ ਜਿਹ 'ਚ ਭਾਂਡੇ ਭਰਦੇ ਹਨ। ਪਹਿਲੇ ਪਾਤਸ਼ਾਹ ਤੋਂ ਲੈ ਕੇ ਅੱਜ 550 ਸਾਲਾਂ ਤੱਕ ਇਸੇ ਸੰਗਤ 'ਚੋਂ ਹੀ ਆ ਕੇ ਭਾਂਡੇ ਭਰੇ ਹਨ, ਜਿਨ੍ਹਾਂ ਦੇ ਭਰੇ ਹਨ। ਤੇ ਕਈ ਫਿਰ ਇੱਥੇ ਆਣ ਕੇ ਵੀ ਖਾਲੀ ਰਹਿ ਜਾਂਦੇ। ਐਸੇ ਮੰਦੇ ਭਾਗ ਮਹਾਰਾਜ ਸਾਡੇ ਨਾਲ ਲਿਖਿਓ। ਅਸੀਂ ਜਦੋਂ ਆਈਏ ਸਾਨੂੰ ਕੁਛ ਨਾ ਕੁਛ ਸਿਖਾ ਕੇ ਭੇਜਿਓ। ਸੰਗਤ ਜੀ, ਭਾਈ ਤਾਰੂ ਸਿੰਘ ਜੀ ਜਦੋਂ ਨਾਂ ਲਿਆ ਜਾਂਦਾ ਹੈ ਨਾ, ਵੇਖੋ ਸ਼ਹੀਦ ਮਹਾਨ ਕੌਮ ਦੇ ਵਿੱਚ ਹੋਏ ਹਨ। 9 ਲੱਖ ਤੋਂ ਉੱਪਰ ਗਿਣਤੀ ਸ਼ਹੀਦਾਂ ਦੀ ਸਿੱਖ ਕੌਮ ਕਰਦੀ ਹੈ ਜੀ। ਔਰ ਜਦੋਂ ਪਰ ਇਹ ਕੁਛ ਵਿਲੱਖਣ ਸ਼ਹੀਦੀਆਂ ਹੁੰਦੀਆਂ ਹਨ, ਜਿਵੇਂ ਭਾਈ ਤਾਰੂ ਸਿੰਘ ਜੀ ਦਾ ਜਦੋਂ ਨਾਮ ਲਿਆ ਜਾਂਦਾ ਹੈ ਨਾ, ਤੇ ਇੱਕ ਫੋਟੋ ਸਾਹਮਣੇ ਆ ਜਾਂਦੀ ਹੈ। ਦਾਸ ਦਾ ਤੁਹਾਨੂੰ ਤੇ ਪਤਾ ਨਹੀਂ ਕੀ ਆਉਂਦੀ ਹੈ। ਦਾਸ ਨੂੰ ਤਾਂ ਇੱਕ ਹੱਥ ਪਿੱਛੇ ਲੱਗਾ, ਇੱਕ ਲੱਤ ਬਾਹਰ ਨੂੰ ਖੁੱਲੀ ਹੋਈ, ਉਹ ਇੱਕ ਬੋਡੀ ਦਾ ਪੋਜ਼ ਸੀ, ਪੋਸਚਰ ਸੀ, ਜਿਹੜਾ ਉਹਨਾਂ ਨੇ ਉਸ ਵੇਲੇ ਲਿਆ, ਕਿਉਂਕਿ ਜਦੋਂ ਉਹਨਾਂ ਦਾ ਖੋਪਰ ਉਤਾਰਿਆ ਜਾਣਾ ਸੀ। ਇਤਿਹਾਸ ਪਤਾ ਹੈ ਤੁਹਾਨੂੰ, ਸ਼ਾਇਦ ਅਹਿਸਾਸ ਮਰ ਗਿਆ ਇਹਦੇ ਵਿੱਚੋਂ। ਐਸਾ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਇੱਥੇ ਬੈਠਾ ਹੋਏ। ਜੇ ਹੋਏ ਬੈਠਾ ਕੋਈ, ਫਿਰ ਉਹ ਵੀ ਮੰਦੇ ਭਾਗ ਹੈ ਜੀ। ਅਸੀਂ ਨਾ ਆਪ ਜੀ ਨੂੰ ਇੱਕ ਗੱਲ ਸੁਣਾਉਂਦੇ ਹਾਂ। ਐਡੀਲੇਡ ਅਸੀਂ ਇੱਕ ਵਾਰ ਪੋਥੀਆਂ ਦੀ ਸੇਵਾ ਕਰਦੇ ਸੀ, ਵੰਡਣ ਦੀ ਸੰਗਤ ਦੇ ਵਿੱਚ। ਸ਼ਹੀਦੀ ਦਿਨ ਚੱਲਦੇ ਸੀ ਜੂਨ ਦੇ। ਜਦੋਂ ਅਸੀਂ ਇੱਦਾਂ ਲਾਇਆ ਹੋਇਆ ਬੈਂਚ ਦੇ ਉੱਤੇ, ਬਹੁਤ ਸਾਰੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਪੋਥੀਆਂ ਅਤੇ ਪੁਸਤਕਾਂ ਵੀ ਪਈਆਂ ਸੀ, ਔਰ ਸ਼ਹੀਦੀ ਦਿਨ ਚੱਲਦੇ ਸੀ। ਉਹਦੇ ਵਿੱਚ ਸੰਤ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਦੀ ਇੱਕ ਪੁਸਤਕ ਦੇ ਉੱਤੇ ਬੜੀ ਵੱਡੀ ਫੋਟੋ ਸੀ। ਅਸੀਂ ਇੱਧਰ ਖੜੇ, ਦਾਸ ਦਾ ਭਰਾ ਵੀ ਖੜਾ, ਅਸੀਂ ਖੜੇ, ਤੇ ਉੱਧਰੋਂ ਇੱਕ ਵੀਰ ਆਇਆ, ਦਾੜਾ ਉਹਦੇ ਮੁੱਖ ਦੇ ਉੱਤੇ, ਦਸਤਾਰ ਉਹਨੇ ਬੰਨੀ ਹੋਈ, ਤੇ ਸਾਨੂੰ ਆਣ ਕੇ ਕਹਿੰਦਾ, ਇਹ ਕਿਹਦੀ ਫੋਟੋ ਹੈ? ਜਦੋਂ ਉਹਨੇ ਇਹ ਗੱਲ ਕਹੀ ਨਾ, ਇਹ ਕਿਹਦੀ ਫੋਟੋ ਹੈ, ਅਸੀਂ 3-4 ਜਣੇ ਇੱਧਰ ਖੜੇ ਹੈਰਾਨ ਹੋ ਗਏ ਆਪਸ ਦੇ ਵਿੱਚ ਵੀ ਇਹ ਮਖੌਲ ਕਰ ਰਿਹਾ ਸਾਡੇ ਨਾਲ। ਇੱਕ ਹੋ ਸਕਦਾ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਕੋਈ ਸਿੱਖ ਹੋਵੇ ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਪਛਾਣਦਾ ਹੀ ਨਾ ਹੋਵੇ।
और असीं ਉਹਨੂੰ थोड़ा ਜਿਹਾ ਪੁੱਛਿਆ, ਅਸੀਂ ਕਿਹਾ ਤੂੰ ਮਜ਼ਾਕ ਕਰਦਾ ਹੈ? ਕਹਿੰਦਾ ਨਹੀਂ ਮੈਨੂੰ ਨਹੀਂ ਪਤਾ, ਪਰ ਉਹਦਾ ਚਿਹਰਾ ਲੱਗ ਰਿਹਾ ਸੀ ਕਿ ਉਹ ਸੀਰੀਅਸ, ਉਹਨੂੰ ਨਹੀਂ ਪਤਾ। ਹੈਰਾਨੀ ਦੀ ਗੱਲ ਹੋਈ, ਅਸੀਂ ਕਿਹਾ ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਤੂੰ ਨਾਂ ਸੁਣਿਆ ਹੈ? ਕਹਿੰਦਾ ਹਾਂਜੀ ਸੁਣਿਆ ਹੈ। ਅਸੀਂ ਕਿਹਾ ਤੈਨੂੰ ਪਤਾ ਹੈ ਕਿ 1984 ਵਿੱਚ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਸੀ? ਕਹਿੰਦਾ ਪਤਾ ਹੈ। ਅਸੀਂ ਕਿਹਾ ਕਿਉਂ ਹੋਇਆ ਸੀ? ਕਹਿੰਦਾ ਕਿਉਂਕਿ ਸਿੱਖਾਂ ਨੇ ਇੰਦਰਾ ਗਾਂਧੀ ਮਾਰੀ ਸੀ। ਕਹਿੰਦਾ ਕਿਉਂਕਿ ਸਿੱਖਾਂ ਨੇ ਇੰਦਰਾ ਗਾਂਧੀ ਮਾਰੀ ਸੀ। ਮਾਫ਼ ਕਰਨਾ, ਸਟੇਜ 'ਤੇ ਬੈਠੇ ਲੱਖ ਲਾਹਨਤ ਤੇਰੇ ਸਿੱਖ ਹੋਣ ਦੇ ਉੱਤੇ। ਤੈਨੂੰ ਇਹ ਵੀ ਨਹੀਂ ਪਤਾ ਕਿ ਅਟੈਕ ਹੋਇਆ ਸੀ ਤਾਂ ਸਿੱਖਾਂ ਨੇ ਇੰਦਰਾ ਗਾਂਧੀ ਮਾਰੀ ਸੀ। ਇਹ ਸਿੱਖ ਹੀ ਮੰਨ ਲਓ, ਸਮਝ ਲਓ ਇਹ ਤਾਂ ਦੂਸ਼ਣ ਹੋ ਗਿਆ ਨਾ ਸਿੱਖਾਂ ਦੇ ਉੱਤੇ ਕਿ ਤੁਸੀਂ ਭਾਈ ਇੰਦਰਾ ਗਾਂਧੀ ਮਾਰੀ ਤਾਂ ਤੁਹਾਡੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ। ਸੋ ਭਾਈ ਇਹੋ ਜਿਹੇ ਮੂਰਖ ਵੀ ਸਿੱਖਾਂ ਦੇ ਘਰਾਂ 'ਚ ਜੰਮਦੇ ਆ। ਪਤਾ ਕਿੰਨਾਂ ਦੇ ਘਰਾਂ 'ਚ? ਉਹ ਮਾਂ ਪਿਓ ਜਿਨ੍ਹਾਂ ਦੀ ਟੇਕ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੁੰਦੇ ਹਨ, ਉਹ ਮਾਂ ਪਿਓ ਜਿਹੜੇ ਆਪ ਗੁਰਬਾਣੀ ਨਹੀਂ ਪੜ੍ਹਦੇ ਹਨ, ਉਹ ਮਾਂ ਪਿਓ ਜਿਹੜੇ ਇਤਿਹਾਸ ਨਹੀਂ ਪੜ੍ਹਦੇ ਹਨ, ਉਹਨਾਂ ਦੇ ਘਰੇ ਐਸੇ ਹੀ ਪੈਦਾ ਹੁੰਦੇ ਹਨ। ਔਰ ਅਸੀਂ ਇਹਨਾਂ ਨੂੰ ਭੂਤ ਨੇ ਲਫ਼ਜ਼ ਵਰਤਦੇ ਹੁੰਦੇ ਹਾਂ। ਔਰ ਭੂਤ ਦਾ ਆਕਾਰ ਕੋਈ ਵੀ ਹੋ ਸਕਦਾ, ਭੂਤ ਦਾ ਵੀ ਤਾਂ ਦਾੜਾ ਹੋ ਹੀ ਸਕਦਾ, ਭੂਤ ਵੀ ਤਾਂ ਬਾਣੇ 'ਚ ਹੋ ਸਕਦਾ। ਅੱਜ ਵੀ ਹਨ, ਅੱਜ ਵੀ ਹਨ ਬਹੁਤ ਸਾਰੇ। ਚਲੋ ਸਮਾਂ ਆਪਣੇ ਕੋਲ ਸੀਮਤ ਹੈ। ਕੱਲ੍ਹ ਨੂੰ ਆਪ ਜੀ ਨੇ ਭਾਈ ਤਾਰੂ ਸਿੰਘ ਜੀ ਸ਼ਹੀਦ, ਮਹਾਨ ਸ਼ਹੀਦ ਜਿਨ੍ਹਾਂ ਦੀ ਸ਼ਹੀਦੀ ਮਨਾਉਣੀ ਹੈ ਸੰਗਤ ਜੀ, ਕੋਈ ਦੱਸ ਸਕਦਾ ਜੀ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ? ਮੈਂ ਚਾਹੁੰਦਾ ਕਿ ਮੈਂ ਇਹ ਨਾ ਹੀ ਜ਼ਿਆਦਾ ਬੋਲਾਂ, ਤੁਹਾਨੂੰ ਹੀ ਪੁੱਛ ਲਈਏ। ਦੱਸ ਸਕਦਾ ਜੀ ਕੋਈ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ? ਮਹਾਨ ਵੇਖੋ ਮਹਾਰਾਜ ਦੀ ਕਿਰਪਾ ਹੈ। ਇੱਥੇ ਮੈਂ ਪਹਿਲੀ ਵਾਰੀ ਅਸੀਂ ਸਟੇਜ 'ਤੇ ਕੋਈ ਪ੍ਰਚਾਰਕ ਨਹੀਂ ਹਾਂ ਜੀ। ਸਾਡੇ ਲਾਗੇ ਭਾਈ ਸਾਹਿਬ ਜੀ ਬੈਠੇ, ਭਾਈ ਸਾਹਿਬ ਜੀ ਬੈਠੇ ਜਿਹੜੇ ਪੰਥ ਦੇ ਪ੍ਰਚਾਰਕ ਹਨ। ਸੰਗਤ ਜੀ ਅਸੀਂ ਪ੍ਰਚਾਰਕ ਨਹੀਂ ਹਾਂ। ਇਹ ਤਾਂ ਗੁਰੂ ਸਾਹਿਬ ਦਾ ਤਰਸ ਆ ਜਿਹੜਾ ਇੱਥੇ ਬਿਠਾ ਦਿੰਦੇ ਫੇਜ 'ਤੇ, ਇਸ ਸਤਿਕਾਰ ਵਾਲੀ ਥਾਂ 'ਤੇ। ਦੱਸੋ ਜੀ ਕਿਸੇ ਨੂੰ ਪਤਾ ਹੋਵੇ, ਹੱਥ ਖੜਾ ਕਰੋ। ਗੁਰੂ ਭਾਈ ਤਾਰੂ ਸਿੰਘ ਜੀ ਦਾ ਜਨਮ ਕਿੱਥੇ ਹੋਇਆ? ਦੱਸ ਸਕਦਾ ਜੀ ਕੋਈ? ਹਾਂਜੀ ਬੋਲੋ। ਪੂਲਾ ਪਿੰਡ ਆ ਜੀ। ਹਾਂਜੀ ਛੇਤੀ ਬੋਲੋ ਜਰਾ, ਇੱਦਾਂ ਦੇ ਟਾਈਮ ਮੈਂ 2 ਘੰਟੇ ਲੈ ਜਾਣੇ ਅੱਜ ਤੁਹਾਡੇ। ਪੂਲਾ ਪਿੰਡ ਜੀ ਅੰਮ੍ਰਿਤਸਰ ਡਿਸਟ੍ਰਿਕਟ ਪੈਂਦਾ ਸੀ ਪਹਿਲਾਂ, ਕਿਸੇ ਟਾਈਮ ਲਾਹੌਰ ਡਿਸਟ੍ਰਿਕਟ ਪੈਂਦਾ ਸੀ, ਫਿਰ ਇਹ ਅੰਮ੍ਰਿਤਸਰ ਡਿਸਟ੍ਰਿਕਟ ਪੈਂਦਾ ਸੀ, ਹੁਣ ਇਹ ਤਰਨ ਤਾਰਨ ਡਿਸਟ੍ਰਿਕਟ ਪੈਂਦਾ। ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਇੱਕ ਲਾਹੌਰ ਤੋਂ ਸੜਕ ਆ ਰਹੀ ਜੀ ਹਰੀਕੇ ਪੱਤਨ ਨੂੰ, ਇੱਕ ਅੰਮ੍ਰਿਤਸਰ ਸਾਹਿਬ ਤੋਂ ਜਾ ਰਹੀ ਹੈ ਕਸੂਰ ਵੱਲ ਨੂੰ। ਇਹਦਾ ਇੱਕ ਚੌਂਕ ਬਣਦਾ ਹੈ। ਇਹ ਚੌਂਕ ਦੀ ਇੱਧਰਲੀ ਪੌਕਟ ਹੈ ਇੱਕ, ਜਿਹਦੇ ਵਿੱਚ ਇੱਕ ਸਿੰਘਪੁਰਾ ਪਿੰਡ ਹੈ। ਉਹ ਸਿੰਘਪੁਰਾ ਪਿੰਡ ਕਿਹਦਾ ਹੈ ਜੀ? ਸਿੰਘਪੁਰਾ ਪਿੰਡ ਕਿਹਦਾ? ਸਿੰਘਪੁਰ ਨਵਾਬ ਕਪੂਰ ਸਿੰਘ ਜੀ ਦਾ ਪਿੰਡ ਹੈ। ਉਹਦੇ ਨਾਲ ਹੀ ਅੱਗੇ ਪੂਲਾ ਪਿੰਡ ਹੈ ਜੀ। ਔਰ ਪੂਲੇ ਪਿੰਡ ਵਿੱਚ 2 ਸਥਾਨ ਹਨ। ਧੰਨ ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ, ਮਹਾਨ ਸ਼ਹੀਦ, ਉਹਨਾਂ ਦੇ 2 ਇੱਕ ਪਿੰਡ ਦੇ ਵਿੱਚ ਸਥਾਨ ਬਣੇ ਜਿੱਥੇ ਉਹਨਾਂ ਦਾ ਘਰ ਸੀ। ਔਰ ਸੰਗਤ ਜੀ ਇੱਕ ਤਕਰੀਬਨ ਪਿੰਡੋਂ ਬਾਹਰ 1.5 ਕਿਲੋਮੀਟਰ ਦੂਰ ਦੂਜਾ ਸਥਾਨ ਬਣਿਆ ਹੋਇਆ ਜਿੱਥੇ ਉਹ ਖੇਤੀ ਕਰਦੇ ਸਨ, ਜਿੱਥੇ ਉਹਨਾਂ ਦੇ ਖੇਤ ਸੀਗੇ। ਠੀਕ ਹੈ ਜੀ। ਸੋ ਪੂਲਾ ਪਿੰਡ ਗਲਤ ਬੰਦਿਆਂ ਦੇ ਨਾਂ ਤੋਂ ਯਾਦ ਕਰ ਲਿਆ ਤੁਸੀਂ ਪਿਛਲੇ 30-40 ਸਾਲਾਂ 'ਚ। ਪੂਲਾ ਪਿੰਡ ਜਿਹੜਾ ਅਸਲ ਦੇ ਵਿੱਚ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਮਾਣ ਵਾਲਾ ਪਿੰਡ ਹੈ। ਪਰ ਜਦੋਂ ਇਹੀ ਨਾਂ ਕਿਸੇ ਦੁਸ਼ਟ ਦੋਖੀ ਦੇ ਮਗਰ ਲੱਗ ਗਿਆ ਤੇ ਮਾਫ਼ ਕਰਨਾ, ਇਹ ਨਾਂ ਲੈਂਦਿਆਂ ਨਫ਼ਰਤ ਪੈਦਾ ਹੁੰਦੀ ਹੈ ਅੰਦਰ, ਸਮਝੇ ਨਾ। ਉਹੀ ਫਤਿਹਗੜ੍ਹ ਸਾਹਿਬ ਆ। ਜਦੋਂ ਫਤਿਹਗੜ੍ਹ ਸਾਹਿਬ ਕਹਿੰਦੇ ਤੇ ਸਾਡੇ ਅੰਦਰ ਸਾਹਿਬਜ਼ਾਦਿਆਂ ਦੀ ਫੋਟੋ ਆ ਜਾਂਦੀ ਹੈ। ਉਹਨੂੰ ਜਦੋਂ ਸਰਹੰਦ ਕਹਿੰਦੇ ਆ ਤੇ ਵਜ਼ੀਰ ਖਾਨ ਬੈਠਾ ਦਿਖਣਾ ਸ਼ੁਰੂ ਹੋ ਜਾਂਦਾ ਹੈ। ਥਾਂ ਉਹੀ ਹੁੰਦੀ ਹੈ ਸੰਗਤ ਜੀ ਅੰਦਰ। ਉਹ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਜਨਮ ਜਿਹੜਾ ਸੀ ਨਾ ਇਹ 1721 ਦੇ ਵਿੱਚ ਹੋਇਆ। ਮਾਤਾ ਪਿਤਾ ਦਾ ਨਾਂ ਜੋਧ ਸਿੰਘ ਜੀ, ਧਰਮ ਕੌਰ ਜੀ ਹੈ। ਵੇਖੋ ਬਚਪਨ ਹੀ ਹੈ ਜੇ ਜਦੋਂ ਪਿਤਾ ਜੀ ਸ਼ਹੀਦ ਹੋ ਗਏ ਜਾ ਕੇ ਜੰਗ ਦੇ ਵਿੱਚ ਲੜ ਕੇ। ਅਕਸਰ ਅਸੀਂ ਮਾਫ਼ ਕਰਨਾ ਪੰਜਾਬ ਦੀ ਧਰਤੀ ਨੂੰ ਛੱਡ ਕੇ ਆਉਣ ਪਿੱਛੇ ਕਾਰਨ ਸਾਡੇ ਮਜਬੂਰੀਆਂ ਥੋੜ੍ਹੀਆਂ ਤੇ ਲਾਲਚ ਜ਼ਿਆਦਾ ਸੀ। ਇਹਨਾਂ ਸ਼ਹੀਦਾਂ ਦਾ ਜੇ ਤੁਸੀਂ ਇਤਿਹਾਸ ਨਾ ਪੜ੍ਹੋਗੇ ਤਾਂ ਤੁਸੀਂ ਫਿਰ ਇੱਥੇ ਦੇ ਹੀ ਹੋ ਕੇ ਰਹਿ ਜਾਣਾ, ਟੁੱਟ ਜਾਣਾ ਉਸ ਧਰਤੀ ਤੋਂ। ਉਹ ਜਿਹੜੀ ਅੰਦਰ ਜਜ਼ਬਾ ਪੈਦਾ ਹੋਣਾ ਹੈ ਨਾ ਕੌਮ ਲਈ ਕੁਛ ਕਰਨ ਦਾ, ਉਹ ਖਤਮ ਹੋ ਜਾਂਦਾ ਹੈ। ਸ਼ਹੀਦਾਂ ਦੇ ਜੀਵਨ ਪੜ੍ਹਨੇ ਬਹੁਤ ਜ਼ਰੂਰੀ ਹੈ। ਬਚਪਨ ਦੇ ਵਿੱਚ ਹੀ ਪਿਤਾ ਜੀ ਤਾਂ ਸ਼ਹੀਦ ਹੋ ਗਏ ਹੈ। ਘਰ ਦੇ ਵਿੱਚ ਸਿਰਫ ਮਾਤਾ ਹੈ, ਭੈਣ ਹੈ ਜਿਨ੍ਹਾਂ ਦਾ ਨਾਂ ਤਾਰੋਵੇਸ ਲਿਖਿਆ ਜਾਂਦਾ, ਬੀਬੀ ਤਾਰ ਕੌਰ, ਔਰ ਉਹ ਵਿਧਵਾ ਹੈ। ਔਰ ਆਪ ਹਨ ਭਾਈ ਸਾਹਿਬ ਜੀ ਤਾਰੂ ਸਿੰਘ ਜੀ। ਦੇਖੋ ਇਹ ਪਰਿਵਾਰ ਦੀ ਸਿਚੁਏਸ਼ਨ ਹੋਵੇ ਨਾ ਤੇ ਅੱਜ ਜਿਹੜੇ ਪੰਜਾਬ ਦੇ ਵਿੱਚ ਤੇ ਬਹੁਤੇ ਪਰਿਵਾਰ ਕਹਿਣਗੇ ਇਹ ਤਾਂ ਰੋਣਾ ਧੋਣਾ ਹੀ ਹੈ। ਪਿਤਾ ਜੀ ਜਾ ਚੁੱਕਾ ਹੈ ਕਮਾਉਣ ਵਾਲਾ। ਉਸ ਸਮੇਂ ਉਸ ਮਾਂ, ਧੰਨ ਹੈ ਉਹ ਮਾਂ ਜਿਨ੍ਹੇ ਪਿਤਾ ਦੇ ਸਰੀਰ ਛੱਡਣ ਤੋਂ ਬਾਅਦ 'ਚ ਆਪਣੀ ਧੀ ਤੇ ਆਪਣੇ ਪੁੱਤਰ ਦੇ ਵਿੱਚ ਗੁਰਸਿੱਖੀ ਦੇ ਇੰਨੇ ਗੁਣ ਪਾਏ ਜਿਨ੍ਹੇ ਅੱਗੇ ਜਾ ਕੇ ਸ਼ਹੀਦੀ ਦੇਣੀ ਹੈ।
ਜਿਨ੍ਹਾਂ ਨੇ ਪਾਏ ਅੱਜ ਵੀ ਉਹਨਾਂ ਦੇ ਧੀਆਂ ਪੁੱਤਰ ਸੰਗਤ ਜੀ ਕੇਸਾਂ ਸਮੇਤ ਹਨ, ਅਤੇ ਜਿਨ੍ਹਾਂ ਨੇ ਆਪਣੇ ਕੱਟ ਲਏ ਉਹਨਾਂ ਨੇ ਧੀਆਂ ਪੁੱਤਰਾਂ ਦੇ ਕਿੱਥੋਂ ਰਖਾਉਣੇ ਸੀ। ਇਹ ਭਾਈ ਤਾਰੂ ਸਿੰਘ ਜੀ, ਇਤਿਹਾਸ ਤਾਂ ਬਹੁਤ ਲੰਬਾ ਚੌੜਾ ਹੈ, ਕੱਲ੍ਹ ਨੂੰ ਵੀ ਆਪ ਸੁਣ ਲਓਗੇ। ਕਦੀ ਵੀ ਸਟੇਜਾਂ ਤੋਂ ਪੂਰਾ ਇਤਿਹਾਸ ਨਹੀਂ ਸੁਣਾਇਆ ਜਾ ਸਕਦਾ। ਇਹ ਤਾਂ ਪੁਸਤਕਾਂ ਲਿਖੀਆਂ ਹੋਈਆਂ ਹਨ ਉਹਨਾਂ ਦੇ ਜੀਵਨ ਦੇ ਵਿੱਚ। ਕਦੇ ਬੈਠੋ, ਪੜ੍ਹਨ ਬੈਠੋ ਅਤੇ ਤੁਹਾਨੂੰ ਉਹ 'ਚੋਂ ਰਸ ਆਵੇ। ਯਾਦ ਰੱਖਣਾ, ਤੁਸੀਂ ਇੱਥੇ ਆਪਣੀ ਕਿਸੇ ਹੋਰ ਮਨਸਾ ਨਾਲ ਆ ਕੇ ਬੈਠੇ ਹੋ ਸਕਦੇ ਹੋ, ਪ੍ਰਚਾਰਕ ਆਪਣੀ ਕਿਸੇ ਹੋਰ ਮਨਸਾ ਦੇ ਨਾਲ ਆਇਆ ਹੋ ਸਕਦਾ ਸਾਰਾ ਟਾਈਮ 10 ਬੋਲਦਾ ਰਹੇ, ਤੁਹਾਡੀ ਸਾਡੀ ਫਰੀਕੁਐਂਸੀ ਮੈਚ ਨਾ ਹੋਵੇ, ਤੁਸੀਂ ਹੋਰ ਹੀ ਕਿਸੇ ਸੋਚ ਮੰਡਲ 'ਚ ਹੋਵੋ। ਪਰ ਜਦੋਂ ਤੁਸੀਂ ਕਦੀ ਧਾਰਮਿਕ ਪੁਸਤਕ ਲੈ ਕੇ ਬੈਠੋਗੇ ਜਾਂ ਕਦੀ ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਬੈਠੋਗੇ, ਉਸ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾਓਗੇ ਮੈਂ ਹੁਣ ਇਤਿਹਾਸ ਪੜ੍ਹਨਾ ਹੈ, ਮੈਂ ਹੁਣ, ਉਦੋਂ ਤੇਰੀ ਫਰੀਕੁਐਂਸੀ ਸਟ੍ਰੇਟ ਵੇ ਮੈਚ ਕਰੇਗੀ। ਤੂੰ ਪੁਸਤਕ ਪੜ੍ਹ, ਤੂੰ ਬਾਣੀ ਪੜ੍ਹ, ਤੂੰ ਇਤਿਹਾਸ ਪੜ੍ਹ, ਤੂੰ ਸ਼ਹੀਦਾਂ ਨੂੰ ਪੜ੍ਹ, ਤੂੰ ਸੰਤਾਂ ਮਹਾਂਪੁਰਖਾਂ ਨੂੰ ਪੜ੍ਹ, ਪਹਿਲਾਂ ਆਪਣੇ ਆਪ ਨੂੰ 1 ਸਕਿੰਟ ਦੇ ਵਿੱਚ ਮੈਚ ਕਰ। ਇੱਥੇ ਹੁਣ ਕੋਈ ਆਪਣੇ ਦੁੱਖਾਂ ਨੂੰ ਲੈ ਕੇ ਆਇਆ, ਕੋਈ ਇੱਕ ਇੱਥੇ ਅਰਦਾਸ ਕਰਕੇ ਗਿਆ, 5 ਮਿੰਟ ਖਲੋ ਕੇ ਬੈਠਾ ਵੀ ਅਰਦਾਸ ਕਰ ਰਿਹਾ, ਕਿਉਂਕਿ ਜ਼ਿੰਦਗੀ ਦੀਆਂ ਕਈ ਵਾਰੀ ਮਜਬੂਰੀਆਂ ਆਪਾਂ ਨੂੰ ਇੰਨਾ ਆਤੁਰ ਕਰ ਦਿੰਦੀਆਂ ਹਨ ਕਿ ਇਹ ਅਰਦਾਸਾਂ ਤੋਂ ਬਿਨਾਂ ਸਾਡੇ ਕੋਲ ਰਾਹ ਨਹੀਂ ਰਹਿ ਜਾਂਦਾ। ਵੈਸੇ ਅਰਦਾਸ ਤੋਂ ਬਿਨਾਂ ਰਾਹ ਸਿੱਖ ਕੋਈ ਹੁੰਦਾ ਨਹੀਂ, ਪਰ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜੇ ਉਹ ਰਜਾ 'ਚ ਰਹਿਣਾ ਸ਼ੁਰੂ ਕਰ ਦਿੰਦਾ। ਉਹਦੀ ਅਰਦਾਸ ਬਹੁਤ ਸੰਖੇਪ ਹੁੰਦੀ ਹੈ। ਉਹਦੀ ਅਰਦਾਸ ਹੁੰਦੀ, ਮਹਾਰਾਜ ਇਹ ਮੇਰੇ ਮਨ ਦੀ ਮਨਸ਼ਾ ਹੈ, ਅੱਗੇ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਜੋ ਤੈਨੂੰ ਭਾਵੇ। ਪੜ੍ਹਦੇ ਨਹੀਂ ਰਹਿ ਜਾਣਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਰਜਾ ਵਿੱਚ ਚੱਲਣਾ ਸਿੱਖਣਾ ਹੈ ਸਿੱਖ ਨੇ। ਪਰ ਜਿਹੜੇ ਦੀ ਇੱਥੇ ਵਾਈਬ੍ਰੇਸ਼ਨ ਅਜੇ ਨਹੀਂ ਰਲੀ ਹੁੰਦੀ, ਉਹ ਫਿਰ ਰੋਜ਼ ਆਉਂਦਾ ਹੈ ਔਰ ਰੋਜ਼ ਆ ਕੇ ਗੁਰੂ ਨੂੰ ਕਹਿੰਦਾ ਹੈ ਜਿੰਨਾ ਚਿਰ ਮੇਰੀ ਗੱਲ ਨਹੀਂ ਤੁਸੀਂ ਮੰਨਦੇ, ਤੁਹਾਡਾ ਮੇਰਾ ਨਾਤਾ ਨਹੀਂ ਹੈ। ਮਾਫ਼ ਕਰਨਾ, ਇੱਦਾਂ ਹੀ ਅਰਦਾਸਾਂ ਕਰਾਈਆਂ ਜਾਂਦੀਆਂ। ਅਸੀਂ ਵੇਖਿਆ ਇੱਕੋ ਅਰਦਾਸ ਸਾਲ ਰੋਜ਼ ਗੁਰਦੁਆਰਾ ਸਾਹਿਬ ਹੁੰਦੀ ਹੋਈ। ਅਮਰੀਕਾ ਜਾਣ ਦੀ ਅਰਦਾਸ ਅਸੀਂ ਰੋਜ਼ ਦੇਖਦੇ ਹਾਂ ਆਪਣੇ ਪਿੰਡਾਂ ਦੇ ਵਿੱਚ। ਇਸ ਮਨੁੱਖ ਦੀ ਉਹਨੇ ਪੱਕਾ ਨਾਲ ਲਿਖਾਇਆ, ਰੋਜ਼ ਮੇਰੀ ਅਰਦਾਸ ਹੋਣੀ ਚਾਹੀਦੀ ਅਮਰੀਕਾ ਜਾਣ ਦੀ। ਤੂੰ ਇੱਕ ਵਾਰੀ ਅਰਦਾਸ ਕਰ, ਬੋਲਾ ਹੈ ਇਹ ਕੋਈ ਬੋਲਾ ਬੈਠਾ ਹੈ ਅੱਗੇ, ਤੂੰ ਇੱਕ ਵਾਰੀ ਅਰਦਾਸ ਕਰ, ਨਾਲ ਹੀ ਕਹਿ ਮਹਾਰਾਜ ਜਿੱਥੇ ਰੱਖੇ ਬੈਕੁੰਠ ਤਥਾਈ, ਮਹਾਰਾਜ ਮੇਰਾ ਸੱਚਖੰਡ ਉਹੀ ਹੈ ਜਿੱਥੇ ਤੂੰ ਰੱਖੇ। ਮੇਰੇ ਮਨ 'ਚ ਵਲਵਲਾ ਆਇਆ ਮੈਂ ਅਮਰੀਕਾ ਜਾਵਾਂ, ਕੈਨੇਡਾ ਜਾਵਾਂ, ਆਸਟ੍ਰੇਲੀਆ ਜਾਵਾਂ, ਪਰ ਮਹਾਰਾਜ ਮੈਂ ਤੇਰੇ ਤੋਂ ਦੂਰ ਹੋ ਕੇ ਦੁਖੀ ਨਹੀਂ ਹੋਣਾ। ਆਪ ਜੀ ਨੂੰ ਵਾਕਿਆ ਸੁਣਾਉਂਦੇ ਆ, ਬਾਬਾ ਬਕਾਲਾ ਸਾਹਿਬ ਜੀ ਦਾ ਇੱਕ ਵਾਕਿਆ। ਉੱਥੇ ਸਿੰਘ ਬਹੁਤ ਇਕੱਠੇ ਹੁੰਦੇ ਸੀ ਭਜਨ ਬੰਦਗੀ ਸਿਮਰਨ ਕਰਨ ਵਾਸਤੇ। ਇੱਕ ਨੌਜਵਾਨ ਉਸ ਦੇ ਅੰਦਰ ਵਲਵਲਾ ਪੈਦਾ ਹੋ ਗਿਆ ਅਮਰੀਕਾ ਆਉਣ ਦਾ। ਉਸ ਨੇ ਨਾ ਸਾਰੇ ਸਿੰਘਾਂ ਨੂੰ ਇਕੱਠੇ ਕੀਤਾ, ਕਹਿੰਦਾ ਅੱਜ ਤੇਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਗੇ ਅਰਦਾਸ ਕਰੋ ਕਿ ਮੇਰਾ ਅਮਰੀਕਾ ਦਾ ਵੀਜ਼ਾ ਲੱਗ ਜਾਵੇ। ਹੁਣ ਸੰਗਤ ਜੀ, ਕਈ ਸਿੱਖ ਗੁਰੂ ਦੇ ਪਿਆਰੇ ਐਸੇ ਹੁੰਦੇ ਹਨ ਜਿਨ੍ਹਾਂ ਦਾ ਗੁਰੂ ਮੋੜਦਾ ਨਹੀਂ। ਇੱਦਾਂ ਹੀ ਹੁੰਦੇ ਨਾ ਜੀ, ਘਰਾਂ 'ਚ ਵੀ ਧੀ ਪੁੱਤਰ ਹੁੰਦਾ ਹੈ। ਤੇਰੇ ਘਰ 'ਚ 4-5 ਧੀ ਪੁੱਤਰ, ਇੱਕ ਧੀ ਪੁੱਤਰ ਦਾ ਕੋਈ ਮੋੜਦਾ ਨਹੀਂ, ਕਿਉਂਕਿ ਜਿੰਨਾ ਕਹਿਣੇ 'ਚ ਜ਼ਿਆਦਾ ਉਨਾ ਹੀ ਉਹਦਾ ਮੋੜਿਆ ਘੱਟ ਜਾਂਦਾ। ਹੁਣ ਜਦੋਂ ਗੁਰਸਿੱਖੀ 20-30 ਇਕੱਠੇ ਹੋ ਜਾਣਗੇ, ਜਿਹੜੇ ਅੰਮ੍ਰਿਤ ਵੇਲੇ ਵਾਲੇ ਹਨ, ਜਿਨ੍ਹਾਂ ਨੇ ਜੀਵਨ ਸ਼ਿੰਗਾਰਿਆ ਹੈ ਗੁਰੂ ਦੇ ਹੁਕਮ ਦੇ ਵਿੱਚ, ਜਦੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਖੜੇ ਹੋ ਜਾਣਗੇ, ਕਹਿਣਗੇ ਮਹਾਰਾਜ ਆਪਣੇ ਇਸ ਪੁੱਤਰ ਨੂੰ ਵੀਜ਼ਾ ਦੇ ਦਿਓ, ਮਹਾਰਾਜ ਨੇ 1 ਸਕਿੰਟ 'ਚ ਦਵਾ ਦੇਣਾ। ਹੁੰਦੇ ਜੀ, ਸਾਰਾ ਕੁਛ ਹੁੰਦਾ ਹੈ। ਜਦੋਂ ਉਸ ਨੌਜਵਾਨ ਨੇ ਸੱਦਿਆ ਸਾਰੇ ਸਿੱਖਾਂ ਨੂੰ ਕਿ ਮੇਰੀ ਅਰਦਾਸ ਕਰੋ, ਉਹ ਸਿੱਖ ਪਾਸਪੋਰਟ ਲੈ ਕੇ ਆਇਆ ਜੇਬ 'ਚ ਪਾ ਕੇ। ਸਿੱਖਾਂ ਸਾਰਿਆਂ ਨੇ ਸੋਚਿਆ, ਸਾਰੇ ਸਿੰਘਾਂ ਸੋਚਿਆ ਜੇ ਇਹ ਅਮਰੀਕਾ ਚਲਿਆ ਗਿਆ ਨਾ, ਇਹਨੇ ਸਿੱਖੀ ਇਹਦੇ ਹੱਥੋਂ ਜਾਂਦੀ ਰਹਿਣੀ ਹੈ, ਆਪਾਂ ਇਹਨੂੰ ਅਮਰੀਕਾ ਨਹੀਂ ਜਾਣ ਦੇਣਾ। ਆਪਸ 'ਚ ਸਿੰਘਾਂ ਨੇ ਵਿਚਾਰ ਕਰ ਲਈ। ਦੇਖੋ ਜੀ, ਜਦੋਂ ਹੁਣ ਅਰਦਾਸੀਆ ਸਿੰਘ ਖੜਾ ਕਰ ਦਿੱਤਾ, ਉਹਦੀ ਅਰਦਾਸ ਹੋਰ ਹੈ। ਉਹਨੇ ਤਾਂ ਹੁਣ 20-30 ਸਿੰਘ ਇਕੱਠੇ ਕੀਤੇ ਹਨ ਕਿ ਮੇਰੀ ਅਰਦਾਸ ਕਰੋ ਕਿ ਮੇਰਾ ਵੀਜ਼ਾ ਲੱਗ ਜਾਵੇ, ਅਤੇ 20-30 ਸਿੰਘ ਹੋਰ ਹੀ ਪਲਾਨ ਬਣਾ ਕੇ ਬੈਠੇ। ਅਰਦਾਸ ਦੇ ਵਿੱਚ ਸਿੰਘਾਂ ਨੇ ਕਹਿ ਦਿੱਤਾ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਇਸ ਸਿੱਖ ਦੇ ਹੱਥੋਂ ਸਿੱਖੀ ਨਾ ਛੁੱਟ ਜਾਵੇ, ਸਾਡੀ ਤੁਹਾਡੇ ਅੱਗੇ ਅਰਦਾਸ ਹੈ, ਇਸ ਨੂੰ ਅਮਰੀਕਾ ਦਾ ਵੀਜ਼ਾ ਨਾ ਦਿਓ। ਹੁਣ ਉਹ ਸਿੱਖ, ਜੇ ਤੇ ਉਸ ਦਿਨ ਕੋਈ ਸਾਡੇ ਵਰਗਾ ਹੁੰਦਾ ਸ਼ਾਇਦ ਮਨਮੁਖ ਹੋ ਕੇ ਨਿਕਲਦਾ, ਤੁਸੀਂ ਕਾਹਦੀ ਅਰਦਾਸ ਕਰ ਦਿੱਤੀ। ਉਸ ਦਿਨ ਉਸ ਸਿੱਖ ਨੇ ਆਪਣੇ ਖਜ਼ਾਨੇ ਵਿੱਚੋਂ ਪਾਸਪੋਰਟ ਕੱਢ ਕੇ ਤੇ ਗੁਟਕਾ ਸਾਹਿਬ ਪਾ ਲਿਆ। ਕਹਿੰਦਾ ਅੱਜ ਤੋਂ ਮੇਰੇ ਲਈ ਇਹੀ ਮੇਰਾ ਪਾਸਪੋਰਟ ਗੁਟਕਾ ਸਾਹਿਬ ਹੀ ਹੈ। ਸਿੰਘਾਂ ਨੇ ਅਰਦਾਸ ਕਰ ਦਿੱਤੀ, 7 ਬਚਨ ਗੁਰੂ ਸਾਹਿਬ ਤੁਸੀਂ ਸੁਣ ਲਈ, 7 ਬਚਨ। ਇਹ ਹੈ ਜੀ, ਇਹ ਅਰਦਾਸਾਂ ਹੁੰਦੀਆਂ ਗੁਰਸਿੱਖਾਂ ਦੀਆਂ। ਮਹਾਰਾਜ ਦੇ ਚਲੋ ਗੁਰੂ ਸਾਹਿਬ ਕਿਰਪਾ ਕਰਨ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਆਪ ਜਾਣਦੇ ਹੋ ਕਿੰਨੀ ਮਹਾਨ ਹੈ। ਪੂਲੇ ਪਿੰਡ ਰਹਿੰਦੇ ਹਨ, ਬੜਾ ਸਿੰਪਲ ਜਿਹਾ ਸਾਦਾ ਜਿਹਾ ਜੀਵਨ ਹੈ, ਖੇਤੀ ਕਰਦੇ ਹਨ,
ਧਰਮ ਕਮਾਉਂਦੇ ਹਨ। ਆਏ ਗਏ ਗੁਰਸਿੱਖ ਦੀ, ਕੋਈ ਹਿੰਦੂ ਆ ਜੇ, ਮੁਸਲਮਾਨ ਆ ਜੇ, ਗੈਰ ਧਰਮੀ ਆ ਜੇ, ਉਹਦੀ ਵੀ ਸੇਵਾ ਕਰਦੇ ਹਨ। ਹਰ ਇੱਕ ਦਾ ਦੁੱਖ ਵੰਡਾਉਂਦੇ ਹਨ ਸੰਗਤ ਜੀ। ਪਰ ਦੁਖੀਆਂ ਨੂੰ, ਦੁਸ਼ਟਾਂ ਨੂੰ ਕਿੱਥੇ ਪਾਉਂਦਾ ਹੁੰਦਾ ਹੈ। ਅੱਜ ਤੁਸੀਂ ਕੌਮ ਦੇ ਵਿੱਚ ਕੋਈ ਸੇਵਾ ਕਰਕੇ ਵੇਖ ਲਓ, 2 ਦਿਨ ਨਹੀਂ ਤੁਸੀਂ ਚੱਲੋਗੇ, ਤੁਹਾਡੇ ਵਿਰੁੱਧ ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋ ਜਾਏਗਾ। ਕਿਉਂਕਿ ਬਿਰਤੀ ਹੈ ਨਾ ਫਿਰ ਆਪੋ ਆਪਣੀ। ਭਾਈ ਤਾਰੂ ਸਿੰਘ ਜੀ ਦੀ ਵੀ ਜਦੋਂ ਕੰਪਲੇਨ ਹੋਈ, ਵੈਸੇ ਇਤਿਹਾਸ ਤੇ ਬਹੁਤ ਲੰਬਾ ਹੈ ਸੰਗਤ ਜੀ। ਇਹ ਭਾਈ ਸੁੱਖਾ ਸਿੰਘ ਜੀ, ਮਹਿਤਾਬ ਸਿੰਘ ਜੀ, ਉਹਨਾਂ ਦਾ ਇਤਿਹਾਸ ਹੈ। ਉਹਨਾਂ ਸੂਰਮਿਆਂ ਦਾ ਪੜ੍ਹੋ ਪਹਿਲਾਂ। ਤੇ ਭਾਈ ਮਹਿਤਾਬ ਸਿੰਘ ਜੀ ਦਾ ਪਿੰਡ ਪਤਾ ਕਿਸੇ ਨੂੰ? ਹਾਂਜੀ, ਮੀਰਾਂਕੋਟ ਹੈ ਜੀ। ਅੰਮ੍ਰਿਤਸਰ ਏਅਰਪੋਰਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਰ ਨਾਲ ਮੀਰਾਂਕੋਟ ਨਹੀਂ ਪਤਾ। ਜਦੋਂ ਤੁਸੀਂ ਅੰਮ੍ਰਿਤਸਰ ਏਅਰਪੋਰਟ ਦੇ ਲਾਗੇ ਪਹੁੰਚਦੇ ਨਾ, ਉਸ ਤੋਂ ਜਸਟ ਪਹਿਲਾਂ ਅੰਮ੍ਰਿਤਸਰ ਵਾਲੇ ਪਾਸੋਂ ਸੱਜੇ ਹੱਥ ਨੂੰ ਰਾਹ ਮੁੜਦਾ, ਮੀਰਾਂਕੋਟ ਨੂੰ ਜਾਂਦੇ। ਉਹ ਭਾਈ ਮਹਿਤਾਬ ਸਿੰਘ ਜੀ ਦਾ ਪਿੰਡ ਹੈ। ਤੇ ਭਾਈ ਸੁੱਖਾ ਸਿੰਘ ਜੀ ਦਾ ਪਿੰਡ ਕੋਈ ਦੱਸੇ ਜੀ? ਮਾੜੀ ਕੰਬੋਕੀ। ਉਹੋ ਹੀ ਗੁਰਸਿੱਖ ਬੋਲ ਰਹੇ ਜਿਨ੍ਹਾਂ ਨੂੰ ਪਤਾ 5-7। ਮੈਂ ਚਾਹੁੰਦਾ ਸੀ ਇਹ ਨਾ ਬੋਲਣਾ, ਹੋਰ ਵੀ ਬੋਲ ਲੈਣ। ਮਾੜੀ ਕੰਬੋਕੀ, ਉਹ ਜਿਹੜਾ ਤੁਹਾਨੂੰ ਚੌਂਕ ਹੁਣੇ ਦੱਸਿਆ ਸੀ, ਜੇ ਤੋਂ ਇੱਧਰ ਨੂੰ ਭਾਈ ਤਾਰੂ ਸਿੰਘ ਜੀ ਦਾ ਪਿੰਡ ਹੈ 1.5-2 ਕਿਲੋਮੀਟਰ, ਉਹ ਤੋਂ 5-6 ਕਿਲੋਮੀਟਰ ਇੱਧਰਲੇ ਪਾਸੇ ਨੂੰ ਮਾੜੀ ਕੰਬੋਕੀ ਹੈ। ਔਰ ਉਸੇ ਭਿੱਖੀਵਿੰਡ ਦੇ ਨਾਲ ਹੀ ਮਹਾਨ ਸ਼ਹੀਦ ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੇ ਮੱਥਾ ਟੇਕਿਆ ਹੈ, ਉਹਨਾਂ ਦਾ ਜਨਮ ਸਥਾਨ ਹੈ ਜੀ। ਦੱਸੋ ਕਿਹਦਾ? ਹਾਂਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ। ਪਹੋਵਿੰਡ ਵੀ ਉੱਥੇ ਨਾਲ ਹੀ ਹੈ ਸੰਗਤ ਜੀ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਫਿੰਗਰ ਟਿਪਸ ਤੇ ਪਤਾ ਹੋਣੀਆਂ ਚਾਹੀਦੀਆਂ। ਆਪਣਾ ਇਤਿਹਾਸ ਪੜ੍ਹਿਆ ਕਰੋ। ਉਹਨਾਂ ਦੀ ਸ਼ਹੀਦੀ ਲਾਸਾਨੀ ਹੈ, ਮਹਾਨ ਹੈ। ਮੈਨੂੰ ਲੱਗਦਾ ਕਿ ਭਾਈ ਸਾਹਿਬ ਜੀ ਹੁਣੀ ਵੀ ਅੱਜ ਸ਼ਾਇਦ ਭਾਈ ਤਾਰੂ ਸਿੰਘ ਜੀ ਹੁਣਾਂ ਦਾ ਹੀ ਸੁਣਾਉਣਗੇ। ਕਿਉਂ ਭਾਈ? ਆਹ 2 ਦਿਨ ਤੇ ਉਹਨਾਂ ਦੀ ਹੀ ਗੱਲ ਹੋਣੀ ਚਾਹੀਦੀ ਹੈ। ਉਹਨਾਂ ਦੀ ਗੱਲ ਕਿਉਂ? ਫਿਰ ਉਹੀ ਗੱਲ, ਜਦੋਂ ਭਾਈ ਤਾਰੂ ਸਿੰਘ ਜੀ ਦਾ ਨਾਂ ਆ ਗਿਆ, ਖੋਪੜੀ ਲਹਾਈ ਦਾ ਆ ਗਿਆ ਜ਼ਿਕਰ ਉਸੇ ਵੇਲੇ। ਆਪ ਜੀ ਨੂੰ ਪਤਾ ਭਾਈ ਤਾਰੂ ਸਿੰਘ ਜੀ ਚਰਖੜੀ ਤੇ ਵੀ ਚੜ੍ਹੇ ਸਨ ਪਹਿਲਾਂ। ਤੇ ਭਾਈ ਤਾਰੂ ਸਿੰਘ ਜੀ ਦੇ ਨਾਲ ਕਿਹਨੂੰ ਚਰਖੜੀ ਤੇ ਚੜ੍ਹਾਇਆ ਗਿਆ ਸੀ ਉਸ ਦਿਨ? ਭਾਈ ਮਹਿਤਾਬ ਸਿੰਘ ਜੀ ਨੂੰ। ਕਿਉਂ ਚੜ੍ਹਾਇਆ ਗਿਆ ਸੀ? ਮੱਸੇ ਦੇ ਤੇ ਕਾਤਲ ਸੀਗੇ, ਪਰ ਭਾਈ ਸਾਹਿਬ ਆਪ ਹਾਜ਼ਰ ਹੋਏ ਸੀਗੇ ਸ਼ਹੀਦੀ ਵਾਸਤੇ। ਸਾਡਾ ਇਤਿਹਾਸ ਇਹ ਕਹਿੰਦਾ ਹੈ ਕਿ ਭਾਈ ਮਹਿਤਾਬ ਸਿੰਘ ਜੀ ਆਪ ਹਾਜ਼ਰ ਹੋਏ ਸੀ ਸ਼ਹੀਦ ਹੋਣ ਵਾਸਤੇ। ਹੈ ਇਹ ਵੀ ਹੈਰਾਨੀ ਗੱਲ। ਇਹ ਕਿਉਂ ਗੱਲ ਹੋ ਗਈ ਜੀ? ਵਾਹ ਜੀ ਵਾਹ। ਉਹਨਾਂ ਨੇ ਭਾਈ ਤਾਰੂ ਸਿੰਘ ਜੀ ਦੇ ਨਾਲ ਕਦੇ, ਭਾਈ ਤਾਰੂ ਸਿੰਘ ਜੀ ਜਦੋਂ ਭਾਈ ਮਹਿਤਾਬ ਸਿੰਘ ਜੀ ਰੂਪੋਸ਼ ਸਨ, ਜੰਗਲਾਂ 'ਚ ਰਹਿੰਦੇ ਸੀ, ਭਾਈ ਤਾਰੂ ਸਿੰਘ ਜੀ ਜਾ ਕੇ ਪ੍ਰਸ਼ਾਦਾ ਛਕਾਉਂਦੇ ਸੀ। ਆਪਸ 'ਚ ਗੁਰਸਿੱਖ ਪਿਆਰਿਆਂ ਦਾ ਬੈਠਿਆਂ ਵਿਚਾਰ ਹੋ ਗਈ ਕਿ ਇਕੱਠੇ ਹੀ ਸ਼ਹੀਦੀ ਪਾਵਾਂਗੇ। ਸਾਡਾ ਕੀ ਹੁੰਦਾ ਵਿਚਾਰ? ਇਕੱਠੇ। ਮਾਫ਼ ਕਰਨਾ, ਸਾਨੂੰ ਤਾਂ ਗੁਰੂ ਸਾਹਿਬ ਗੁਰਸਿੱਖਾਂ ਨੂੰ ਤਾਂ ਨਹੀਂ ਦਿਖਾਉਂਦੇ ਫਿਲਮ ਵੇਖਣ ਜਾਵਾਂਗੇ, ਮੈਚ ਵੇਖਣ ਜਾਵਾਂਗੇ, ਉੱਥੇ ਜਾਵਾਂਗੇ, ਇੱਥੇ ਜਾਵਾਂਗੇ। ਇਹ ਹੈ ਜੀ, ਹੱਸੋ ਨਾ। ਤੁਸੀਂ ਵੀ ਸਿੱਖਾਂ ਦੇ ਬੱਚੇ ਆ, ਤੁਹਾਡੇ 'ਚੋਂ ਹੀ ਭਾਈ ਤਾਰੂ ਸਿੰਘ ਨਿਕਲਣਾ ਹੈ। ਜੇ ਤੁਹਾਡੇ 'ਚੋਂ ਸਿੱਖ ਨਾ ਭਾਈ ਤਾਰੂ ਸਿੰਘ ਨਾ ਨਿਕਲਿਆ, ਫਿਰ ਅੱਗੇ ਗੱਲ ਨਹੀਂ ਜੇ ਚੱਲਣੀ। ਹੱਸੋ ਨਾ ਇਹ ਗੱਲ ਦੇ ਉੱਤੇ। ਪਰ ਆਪਸ 'ਚ ਬੈਠੇ ਔਰ ਹੈਰਾਨੀ ਦੀ ਗੱਲ ਹੈ ਸੰਗਤ ਜੀ, ਇਹ ਵਾਕਿਆ ਇਤਿਹਾਸ 'ਚ ਇੱਕ ਵਾਰੀ ਨਹੀਂ ਹੋਇਆ। ਆਪ ਜੀ ਨੂੰ ਬਚਨ ਸੁਣਾਉਂਦੇ ਆ। ਸੁੰਦਰ ਸ਼ਾਹ ਜੀ ਆਏ ਸਨ ਕਦੇ ਯੂਪੀ ਤੋਂ। ਉਹ ਭਾਈ ਬਿਧੀ ਚੰਦ ਜੀ ਨੂੰ ਮਿਲੇ ਅਚਾਨਕ ਹੀ। ਉਹ ਬਾਬਾ ਬੁੱਢਣ ਸ਼ਾਹ ਜੀ ਦੇ ਚੇਲੇ ਸਨ। ਬਾਬਾ ਬੁੱਢਣ ਸ਼ਾਹ ਜੀ ਨੇ ਕੀਰਤਪੁਰ ਸਾਹਿਬ ਜਦੋਂ ਸਰੀਰ ਛੱਡਿਆ, ਤੇ ਉਹ ਆਏ ਯੂਪੀ ਤੋਂ। ਆਣ ਕੇ ਬਾਬਾ ਬਿਧੀ ਚੰਦ ਜੀ ਦੇ ਨਾਲ ਰਹੇ 3-4 ਮਹੀਨੇ। ਹੁਣ ਵੇਖੋ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਂ ਉਹਨਾਂ ਦੇ ਗੁਰਸਿੱਖ, ਮੈਨੂੰ ਤੇ ਉਹਨਾਂ ਦੇ ਉਹੋ ਰੂਪ ਲੱਗਦੇ। ਬਾਬਾ ਕਿਹਾ ਨਾ, ਗੁਰੂ ਸਾਹਿਬ ਨੇ ਤੇ ਆਪ ਹੀ ਕਿਹਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਔਰ ਬਾਬਾ ਬਿਧੀ ਚੰਦ ਜੀ ਦੀ ਜਦੋਂ ਸੰਗਤ ਕੀਤੀ ਨਾ, ਤੇ ਸੁੰਦਰ ਸ਼ਾਹ ਜੀ ਇੱਕ ਦਿਨ ਬੈਠਿਆਂ ਆਪਸ 'ਚ ਹੀ ਕਹਿੰਦੇ, ਜਦੋਂ ਤੁਸੀਂ ਸੱਚਖੰਡ ਗਏ ਸਾਨੂੰ ਵੀ ਲੈ ਜਿਓ। ਤੇ ਬਾਬਾ ਬਿਧੀ ਚੰਦ ਜੀ ਨੇ ਵਾਅਦਾ ਕਰ ਦਿੱਤਾ, ਜਦੋਂ ਅਸੀਂ ਜਾਵਾਂਗੇ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੇ। ਸੁੰਦਰ ਸ਼ਾਹ ਜੀ ਚਲੇ ਗਏ ਸੀ ਯੂਪੀ। ਅੱਜ ਵੀ ਅਯੁੱਧਿਆ ਤੋਂ 70 ਕਿਲੋਮੀਟਰ ਦੂਰ ਹੈ ਦੇਗਾਂਵ। ਉੱਥੇ ਚਲੇ ਗਏ। ਤੇ ਜਦੋਂ ਸਰੀਰ ਛੱਡਣ ਦਾ ਸਮਾਂ ਆਇਆ ਨਾ, ਸੁੰਦਰ ਸ਼ਾਹ ਜੀ ਨੇ ਉੱਥੋਂ ਭੇਜਿਆ ਆਪਣੇ ਇੱਕ ਚੇਲੇ ਨੂੰ ਕਿ ਜਾ ਸਾਡਾ ਸੁਨੇਹਾ ਦੇ ਬਾਬਾ ਬਿਧੀ ਚੰਦ ਜੀ ਨੂੰ। ਤੇ ਬਾਬਾ ਬਿਧੀ ਚੰਦ ਜੀ ਨੇ ਉਸ ਵੇਲੇ ਤਿਆਰੀ ਕਰ ਲਈ ਜਾਣ ਦੀ। ਜਦੋਂ ਜਾਣ ਦੀ ਤਿਆਰੀ ਕੀਤੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਅਸੀਂ ਸੁਨੇਹਾ ਆਇਆ ਹੈ, ਜਾਣਾ ਹੈ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੁਸਕਰਾਏ, ਕਹਿੰਦੇ ਭਾਈ ਬਿਧੀ ਚੰਦ ਜੀ ਜਾਓ, ਸਾਨੂੰ ਪਤਾ ਸਮਾਂ ਆ ਗਿਆ ਹੈ, ਤੁਸੀਂ ਵੀ ਚੱਲੋ, ਅਸੀਂ ਵੀ ਛੇਤੀ ਆ ਜਾਣਾ ਹੈ ਸੱਚਖੰਡ। ਔਰ ਇਤਿਹਾਸ 'ਚ ਇੱਥੇ ਤੱਕ ਵੀ ਲਿਖਿਆ ਹੈ ਸੰਗਤ ਜੀ, ਯਾਦ ਰੱਖੋ, ਕਦੇ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪੁੱਤਰ ਬਾਣੀ ਦੀ ਬੇਅਦਬੀ ਕਰਕੇ ਰਾਮ ਰਾਏ ਆਇਆ ਸੀ। ਤੇ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਸੀ, ਸਾਡੇ ਮੱਥੇ ਨਾ ਲੱਗੇ, ਚਲੇ ਜਾਓ।
किते इतिहास 'ਚ नहीं लिखा कि उस तो बाद गुरु हरराय साहब जी ने अपने पुत्र नूं याद किया होया जां वैराग किया होया। मोह तो उपर हैं साडे गुरु साहब जी। इतिहास 'ਚ तुसीं सारिਆਂ ने सुनिया पढ़िया, कलगीधर पिता के सामने पुत्र शहीद हो रहे हैं तो कोई हंझू नहीं केरिया, जयकारे छड़ रहे हैं। मोह तो उपर हैं साडे गुरु साहब जी। पर एक गल हैरानी की होंदी है, जदों बाबा बुढ़ा जी दे बबान नूं मोढ़ा दिता सी ना, धन धन श्री गुरु हरगोबिंद साहब जी महाराज ने, तो महाराज दी अखां 'ਚ जल आ गया सी। सिख ना प्यार है पुत्रां नाल है ही नहीं, मोह तो उपर। आप जी नूं गल सुणा रहे सी बाबा बिधि चंद जी। अज धन धन श्री गुरु हरगोबिंद साहब महाराज ने जदों जफी पाई बाबा बिधि चंद जी नूं, ते गुरु हरगोबिंद साहब जी दे नैणां दे विच जल आ गया सी। पुत्रां दा मोह नहीं है। पुत्र दो गुरु हरगोबिंद साहब जी दे दो पुत्र गुरु साहब जी दे शरीर च हुंदियां गए हैं। कौन कौन गए हैं जी? बाबा गुरदित्ता जी, अटल राय जी। जिथों मैं एक्सपैक्ट करता हूँ मूँह नहीं हिलण की कोशिश करते, आ 3-4 हिल रहे, तो सारे प्रचारक कथावाचक हैं। तुसीं प्रचारक कदों बनना है? उस तो पहला प्रश्न आता तुसीं सिख कदों बनना है? क्यों ये प्रचार करन, क्यों असीं इत्थे बैठीए, तुसीं क्यों ना करो? तो साडा गुरु साहब ते कोई वखरा हक है? साडे कोल कोई ज़्यादा हक है? दसो। जिन्ने गुरु साहब जी ने अपने पुत्र साडे लई वारे, इन्हां लई वारे, तुहाडे लई भी उन्ने ही वारे हैं। जिन्ना गुरु साहब ने सानू इस दरबार 'ਚ हक दिते, संगत जी तुहानू भी दिते हैं। क्यों निमो झुण जे होके बैठे रहंदे जे सिर सुट के कलगीधर जी दे अगे? हाँ असीं निवणा है, पर सिर झुक के एक बारी अरदास करो, महाराज मैं तेरे दर ते आ गया, हुण नहीं मैं होर किस दर ते जाना, हुण तेरे ही दर ते चाहे जियां ते चाहे मरा, दर तेरा ही महाराज। फरीदा बार पर आया बैसना साईं मुझे न दे, जे तू एवें रख सी जियो शरीरों ले। संगत जी कोई दस सकता भाई तारू सिंह जी की उम्र कितनी सी शहीदी टाइम ते? रफली आइडिया चलेगा? 25 साल कहा जाता, वैसे 24 साल पूरे नहीं सी होए। 4 अक्तूबर 1721 का जन्म है, आज जुलाई है जी 1745 का। ये 24 साल भी पूरे नहीं बनते। 23 जो मैं हो सकता कैलकुलेशन च ना गलत करें, 23 साल तो 9 महीने के करीब बनते संगत जी। और साढ़े बहुत सारे वीर इत्थे बैठे जिन्हों की 23-24 साल उम्र हो गई है, उन्हों का फैसला हो गया सी असी केस भी रखने, असी सिख भी हैं, सिक्खी निभानी भी है, शहीद भी होना है। और ये वीर क्या हथ रखन दिया, ये ढक्या नहीं ढक्या जाना भाई। ये भाई अजे तक यही नहीं फैसला कर रहे भी असीं केस रखने हैं कि नहीं रखने। भाई तारू सिंह जी ने जो फड़ के लिया जाया गया सीगा, पढ़ाना पिंड आउंदा है इंडिया ते पाकिस्तान के बॉर्डर के विच, पाकिस्तान वाले पासे पढ़ाना पिंड। महाराज ने हुणे सानूं उत्थे लैके गए सी, वीडियो भी बनी पढ़ाने पिंड की। एक रात भाई तारू सिंह जी नूं पढ़ाने रखा गया, और भाई तारू सिंह जी नूं बहुत सौखे उत्थों छडाया जा सकता है, पर भाई तारू सिंह जी ने कहा सानू ना छडायो, सानू ना छडायो, साडी शहीदी रंग लियाएगी। संगत जी उदण ना शहीदी दिंदे ते केसां की महत्ता सानू कित्थे पता लगनी। कलगीधर भावें 500 वारी कहते रहंदे, सिखा केस तेरे लिए महत्वपूर्ण तू रखने हैं, ये गुरु की मोहर है। पर वो शहीदी ने साडे अंदर एक जज्बा भरिया कि सच ही गुरु की मोहर है। इन्हां केसां बदले अपने आप को वारिया जा सकता है। सो संगत जी वो भाई तारू सिंह जी वेखो अपने आप को शहीद करवाया है, उन्होंने जाके शहीद करवाया। और जदों आप जी को यह दस दी, जदों मोमन खां फड़न आया पिंड दे विच ते भाई तारू सिंह जी खेतों च सन, उदों भी उन्होंने को मौका सी भज जाते। अपने तो भी भीड़ां पईयां पिछले 30-40 साल, मौके आउण ते आपां भजदे रहे हैं जी। क्यों जी? गुरसिख जिहड़े जिन्हां ने हंडाइयां वा पिंडियां दे उत्ते उन्हां नूं पता है। भाई तारू सिंह जी भज के नहीं गए, पिंड आए, आप गिरफ्तारी कराई, आप नाल गए, फिर रस्ते 'च सिंह छडाउणा चाहुंदे नहीं तो फिर उत्थे गए। और आप जी नूं इन्ना दस दईए, भाई तारू सिंह जी ते भाई महताब सिंह जी का प्यार इन्ना सी, जदों भाई महताब सिंह जी को पता लगा भाई तारू सिंह जी फड़े गए हैं, हुण उन्हां दी शहीदी होनी है, फैसला कर लिया हुण असीं भी जाना है, असीं भी शहीदी देनी है, असीं भी जाना है, असीं भी अपने वीर दे नाल शहीदी देनी है।
और भाई महताब सिंह जी बड़े वड्डे सूरमे हैं संगत जी, किते इतिहास पढ़ोगे हैरान रह जाओगे। सिर्फ असी भाई महताब सिंह जी के नाल सिर्फ एक गल जोड़ लई कि दरबार देखो बड़ा वड्डी का कमाल है, पर सानू एक ही इतिहास उन्होंने नाल पता। जदों असी भाई सुखा सिंह जी की गल करते सानू सिर्फ एक ही इतिहास पता है कि उन्होंने आके उत्थे उहदा सिर वड्डिया सी आके मत्से रंगड़ दा। पर जे तुसी भाई सुखा सिंह जी का इतिहास पढ़ो, कदे 12 साल की उम्र च अमृत छकिया सी, घरे वापस गए, सुत्तियां दे केस कट दिते, जाके खूह च छाल मार दी अपनी जान देने बदले, कढ़ लिया पिंड वालियां ते कढ़ के उन्हें कहा जे जान देनी है तो किसी चंगे काम लई दे। तो उस दिन तो वो जिहड़ा नौजवान 12-13 साल की उम्र का उसकी घाट ऐसी घड़ी गई कि कदे उन्होंने कल्ले एक गिलजी ने, जदों गिलजी ने सुनेहा भेजिया कोई बंदा आके लड़े साडे नाल कल्ला, ते भाई सुखा सिंह लड़न गए सी कल्ले। कदे मुगलों ने ललकारिया सी सिखो रात नूं आण के इशनान करके चले जांदे हो दरबार साहिब च, हिम्मत हैगी आ ते दिने आके इशनान करके जाओ। संगत जी घोड़े समेत इशनान करन भाई सुखा सिंह जी गए, दिने जाके मुगलों के पहरे दे विच इशनान करके आ गए सी भाई सुखा सिंह जी। इन्हां सूरमिਆਂ ਦਾ इतिहास किन्ने पढ़ना है? तुसी हुण सुनिया तुहाडे अंदर एनर्जी नहीं पैदा हो रही? दसो नहीं पैदा हो रही? जे नहीं पैदा हो रही फिर तो आउण दा मतलब ही नहीं सुनदा। ते जे पैदा हो रही है तुहाडे घर च लाइब्रेरी होवे, गुरबाणी पढ़ना ते इतिहास पढ़ना ये सिख दा कर्म है, ये कोई फर्ज नहीं हैगा कि तुसी कीता नहीं कीता, ये कंडीशनल नहीं हैगा। तुसी सिख कहाउणा है, सिक्खी दे रस्ते ते चलना पैना, ये पखंड कीतियां सिक्खी नहीं मिलनी। तो नौजवानों साफ लफ्ज़ों दे विच है सिੱਖੀ केसां तो शुरू होनी है। भाई तारू सिंह जी ने कहा ही केसां ते सवासां नाल निभे मेरी, जदों केसां दे नाल है ही नहीं अरदास की करांगे? किहड़े मूँह नाल असीं इत्थे अरदास दे विच खलो जाने, समझ ही नहीं आउंदी सानूं। ते किन्ना असीं एक झूठ का मखौटा अपने चेहरों के उत्ते पा लिया है। बीबियां हन रोज़ अरदास की जाती है केसदान, तो उदों बाद बहुतियां बीबियां जिहड़ियां ओह केसां की बेदबी करदियां हन, बहुते वीर केसां की बेदबी करते हैं। संगत जी इत्थे खलोतियां गुरु साहब ने मूँह परां नूं कर लिया, असीं कखां तो हौले आ। वहम ना करो, अपना इतिहास पढ़ो, जिहड़ा तुहाडे अंदर जिहड़ा डोलण वाला बिरदी है अपनी, उस नूं आपां स्थिर करिए। वो इतिहास ते गुरबाणी दे नाल ही स्थिर होनी है। समझ लो दास एक कहना एक पंछी है, वो दो खंभ होने ते उड़दा है, एक सिख है उसकी उडारी गुरबाणी ते इतिहास दे नाल है। गुरबाणी है नहीं, इतिहास है नहीं, तो वो पंछी जिद कोल कोई खंभ ही नहीं हैगा, तेरी सिक्खी च उडारी हो ही नहीं सकती। भाई महताब सिंह जी ने फैसला किया, अपने जथे के ਸਿੰਘਾਂ ਨੂੰ ਕਿਹਾ ਸਿੰਘੋ तुसीं हुण जाओ होर जथे च रल जाओ, असीं हुण शहीद होण जाना है। माफ़ करना सारे शस्त्र भी दे दिते। तुसीं कहो क्यों शस्त्र दिते? कहंदे पता है जो दुश्मन ने फड़न आउणा है, मैं सूरमा हाँ, मेरे को श्री साहब वही जूझ के उत्थे शहीद हो जावांगा। पर मिशन की है? मिशन है कि भाई तारू सिंह जी दे नाल जाके शहीदी देनी। सारे वड्डे शस्त्र दे दिते, एक डंडा कोल रखिया है, उपी थोड़ी जी लड़ाई करांगे फिर गिरफ्तार हो जावांगे। और इदां ही होया, मुगलों ने उन्होंने गिरफ्तार किया तो उत्थे लै गए लाहौर, तो भाई तारू सिंह जी पहला कैद च, ते भाई तारू सिंह जी के सामने भाई महताब सिंह जी नूं चरखड़ी ते चाड़ के शहीद किया गया। संगत जी भाई तारू सिंह जी की खोपरी उतारी गई। 22 दिन भाई तारू सिंह जी जिंदे रहे। 22 दिनों बाद जकरिया खान की मौत हुई, तो फिर भाई साहब जी ने अपनी इच्छा के अनुसार शरीर छड्डिया। माफ़ करना है, उंगल किते कट्टी जाए ना तो साडे हालात बुरे, हैरान हो जाते सोच के। पहला ऐ लगता ही इदा हो ही नहीं सकता। बचपन जो सुनिया कि भाई साहब जी खोपर उतारन तो बाद 22 दिन जिंदा रहे, ऐ लगता सी जिवें झूठ हो गया, इतिहास च गलती हो गई। ज्यों ज्यों तां जिंदगी च समय नाल हुंदा ही विश्वास हुंदा गया। और अज दृढ़ विश्वास है, अज दृढ़ विश्वास है महाराज तेरे सिख है इदां दे, कमाल है। संगत जी गुरु साहब किरपा करना। आप जी भाई साहब जी ने पहला कुछ दुख साझे किए तुहाडे नाल कथा च। दास एक कथा की 2 मिनट कविता की तुहाडे नाल साझ पाउणी चाहुंदा है। उस तो बाद च महाराज किरपा करे आपां फतेह गजावांगे जी। वो है जी पंथ के हालातों वास्ते। आप जी ने ध्यान ना सुननी, गुरु साहब किरपा करन इस चीज़ को असीं समझिए। कविता का सिरलेख है वंडे गए असीं वंडे गए। ठीक है जी, ध्यान देना जी। जदों साजे गए असीं एक सी,
जदों साजे गए असी एक सी खालसा कहाउंदे रहे, सवा सवा लख नाल लड़दे सी मुगलों नूं अगे लाउंदे रहे। बंदा सिंह बहादुर आया असी खालसा राज बनाया, फिर पाड़ साडे च पई इतफाकी उड गई, असी बंदई तत खालसा बने आपस च वैर पाया, फिर राज गवाया ताज गवाया खालसा बड़ा पछताया। ये जिन्हों ने इतिहास पढ़िया उन्होंने बहुत समझ आएगी, जिन्हों के इतिहास तो कोरे उन्होंने शायद बहुत समझ ना आए। फिर की होया जी, औखा समा आया खालसा ना घबराया कुरबानियां का ढेर लाया। ये वो समा जी भाई तारू सिंह जी होना, औखा समा, कुरबानियां ही कुरबानियां हो रही सी। उदों मुगलों ने कहता ही एक भी सिख नहीं छड्डना, और है भी हालात इदां दे, सिख लभ्या नहीं लभदा। भाई बोता सिंह गरजा सिंह जी की शहीदी, सारियां शहीदियां। चलो औखा समा आया खालसा ना घबराया कुरबानियां का ढेर लाया, कोई चरखड़ी ते चढ़िया किसे खोपड़ लहाया, कोई बंद बंद कटाया, किसे बच्चों के हार पवाए असी ना घबराए, अबदाली बड़ा घबराया। फिर मिसलों च गए वंडे आपस च चले खंडे, टुकड़े टुकड़े करके पंथ खंडाया। चढ़िया सुनहरी सूरज महाराजा रणजीत सिंह दा, मिसलां कट्ठियां कर खालसा राज बनाया। जथेदार फूला सिंह हरी सिंह नलवे चार जंग सिखी नूं लाया। अंग्रेज आया पाड़ा पाया, असी लालची हो के राज गवाया। और संगत जी जड़ा 1839 तो ही लालची होए ना, अजे तक लालच साढ़े चों निकलिया नहीं जी। 200 साल हो चुके, अजे तक असी लालच के सिर ते ही सारा नुकसान कर रहे पंथ का। अंग्रेज आया पाड़ा पाया, असी लालची हो के राज गवाया। फिर दिन ऐसा डुबा चारे पासे हनेरा छाया, असी गुलामी च बजे पर गदरी गजे, हर पासे गदर मचाया। असी कूके बन के भगत सिंह बन के गोरे सांडरस नूं खूंजे लाया। जलियां वाले बाग दा साका वरतिया, हर पासे लाशां दा ढेर बनाया। उधम सिंह सूरमे याद रखिया, लंडन जा उड़वैर उड़ाया। फिर मिली आज़ादी होई बर्बादी, लखां जी कौम ने गवाया। कुछ दियां ना समझियां करके गुलामी का नवा जूला गल विच पाया। गुलाम जे भाई तुसी। फिर पंजाबी, फिर पंजाब, पंजाबी लई लगे मोर्चे, पंजाब छोटा कराया। पखंडियां दा हड़ एक आया, 1978 का साका रचाया। एक उठिया मर्द दलेर, जिसने मरदी कौम दे मुँह अमृत पाया। फिर चढ़िया काला दिन 1984 का अकाल तख्त साहिब ढाया। साडे तो संत गवाचा, आगू गवाचा, मुड़ राह ना किसे ने पाया। असी दिने जूझे राती जूझे, लखां नौजवान कतल कराया। हर पास्यों सानू खोरा लगा, असी झूठा सभ्याचार बनाया। सो वीरो जिहड़े अजकल दे गायकों के मगर लगे, तुहाडा सभ्याचार नहीं है। 10 पातशाहियां दे जीवन दे विच कदी अखाड़ा लगा जिहड़ा तुसीं अज अखाड़ा वेखण जांदे जे? कित्थों सभ्याचार कढ़ लिया तुसीं अपना? 10 गुरु साहिबानां दे आज पिछले 30 सालों च तुहाडा बेड़ा गर्क करन लई तुहाडा सभ्याचार बना दिता गया। बाणी पढ़ो, इतिहास पढ़ लो, तुहानूं बन के भी कोई गीत नहीं सुना सकेगा। तुहाडे अंदर एक पासे एक शराबी का गीत है, एक पासे धन धन श्री गुरु नानक देव साहब जी का गीत आ। किन्ने मूर्ख हो गए असीं इहनूं तोलण लग पे। दसो इहदी ते उहदी काहदी बराबरी? क्या सी ना पग तेरी की जहांगीर दी, ओ गुरु हरगोबिंद साहब महाराज दी पातशाह सच्चे पातशाह दी पग ते जहांगीर दी पग दा काहदा कंपैरिजन? गुरु नानक देव जी के बोलों का तो इन्हां गीतों का की कंपैरिजन? हर पास्यों सानू खोरा लगा, असी झूठा सभ्याचार बनाया। फिर हर पैर ते धोखा, हर पैर ते दगा, साडे आगूआं कवाया। असी होए लावारस, कोई ना ढारस, असी अपना किरदार गवाया। फिर पंथ च हनेरी एक आई, हर एक ने जथेबंदी बनाई। माफ़ करना कौड़ा साचा सुन जरूर लियो। फिर पंथ च हनेरी एक आई, हर एक ने जथेबंदी बनाई। राह अपना अपना अपनाया, हुण कोई किसी नूं ना पुछे गिछे, हर एक ने अलग निशाना बनाया। हुण तर्क दा मींह एक आया, गुरु नाल प्यार घटाया। हर एक ने अपना रेट लवाया, किसे शरदा दा मुल पाया।
अखंड पाठ वेच वेच के डेरा बनाया। जीवन चों बाणी गई कुर्बानी गई, झूठ वकारां ने अड्डा लाया। लोको हुण असीं वंडे गए, हाय होए वंड दा राह अपनाया। लोको समझो इस गल, सिर्फ स्कूल चो एकता का बल है, कहानी पढ़नी सी वरतनी नहीं गांह जाके कदी जिंदगी च। लोको हुण असीं वंडे गए, हाय होए वंड दा राह अपनाया। कोई सिर जोड़ ना बैठे, अपने बाबे नूं गुरु ते अपनी जथेबंदी नूं ही पंथ बनाया। रहत मर्यादा बदली, बाणियां बदलियां, असीं अमृत भी वखो वखरा छकाया। जे तू अमृत छकिया दूजे जथेबंदी तो तां पुछण इत्थे लैण की आया। कलगी वालिया माफ करी सानू, तू पुत बनाया, असीं दगा कमाया ए। असीं राह विपरदाय अपना के तेरा विश्वास गवाया ए। अरदास सुन मेरी तू बौड़ी कर, पंथ तू हथी सजाया ए। आजा मुड़ के तू पंथ दा वाली बन के, निमाणे सीस अपना चुकाया ए। ए नी मुड़दे हुण, ए नी मुड़दे हुण, पग्गां रोलण बह गए। सोशल मीडिया ते खलारा पाया ए। इन्हां नूं जथेदारियां मोतबारियां दी भुख पै गई। आम सिख इन्हां दा सताया ए। भाई जेड़े पंथ दे जथेदार मोतबार आ, जां ते लांबे हो जाओ जां अपना फर्ज पछाणो। असीं आम सिख तुहाडे अगे हथ जोड़ के बेनती करदे, असीं तुहाडे बहुत सताए हुए हैं। गुरु साहिब किरपा कर। संगत जी भाई तारू सिंह जी दे वारस बनो, केस रखो, गुरु गोबिंद सिंह जी दे पंथ की गल करो। जथेबंदियां तो उपर उठ के गुरु दे पंथ दे हामी बणीए, पंथ की गल करया करो, पंथक बणीए। गुरु साहिब किरपा करन, होइयां अनेकां भुलां माफ कर देणियां। अपने चरणों च गुरु साहिब जी के चरणों च सदा रखना। संगत जी नवाज के होइयां भुलां की मुआफ़ी गज के फतेह बुलाओ जी। वाहिगुरू जी का खालसा, वाहिगुरू जी की फतेह।